ਜਸਬੀਰ ਭੁੱਲਰ ਦੀ ਬਾਲ ਕਹਾਣੀ ਹੈ ਉਬਲੀ ਹੋਈ ਛੱਲੀ। ਜਿੱਥੋਂ ਚੌੜੀ ਗਲੀ ਮੋੜ ਕੱਟਦੀ ਸੀ ਉੱਥੇ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਇੱਕ ਖਸਤਾ ਹਾਲ ਮਕਾਨ ਸੀ। ਉਸ ਮਕਾਨ ਵਿੱਚ ਗਰੀਬੜਾ ਜਿਹਾ ਗਣਪਤ ਰਾਏ ਆਪਣੀ ਪਤਨੀ ਨਾਲ ਰਹਿੰਦਾ ਸੀ। ਕੱਚੇ ਵਿਹੜੇ ਵਿੱਚੋਂ ਘਸੀਆਂ ਹੋਈਆਂ ਪੌੜੀਆਂ ਉੱਪਰ ਜਾਂਦੀਆਂ ਸਨ। ਉਹ ਪੌੜੀਆਂ ਚੜ੍ਹ ਕੇ ਉੱਪਰਲੀ ਮੰਜ਼ਿਲ ਦਾ ਲੰਮਾ ਜਿਹਾ ਸਬਾਤ ਵਰਗਾ ਕਮਰਾ ਸੀ। ਉਦੋਂ ਇੱਕ ਕਮਰਾ ਸਾਡਾ ਘਰ ਹੁੰਦਾ ਸੀ। ਉੱਥੇ ਮੇਰੇ ਖੇਡਣ ਲਈ ਥਾਂ ਬਹੁਤ ਥੋੜੀ ਸੀ। ਮੈਂ ਸੀਖਾਂ ਵਾਲੀ ਬਾਰੀ 'ਚ ਬੈਠ ਕੇ ਹੇਠਾਂ ਵਿਹੜੇ 'ਚ ਗਣਪਤ ਰਾਏ ਤੇ ਉਹਦੀ ਪਤਨੀ ਨੂੰ ਕੰਮ ਕਰਦਿਆਂ ਵੇਖਦਾ ਰਹਿੰਦਾ ਸਾਂ। ਤੰਗ ਜਿਹੇ ਕੱਚੇ ਵਿਹੜੇ ਦੀ ਇੱਕ ਨੁੱਕਰੇ ਚੁੱਲ੍ਹਾ ਬਣਿਆ ਹੋਇਆ ਸੀ। ਦੋਵੇਂ ਜੀਅ ਰਲ ਕੇ ਉਸ ਚੁੱਲ੍ਹੇ ਉੱਤੇ ਇੱਕ ਵੱਡੇ ਪੀਪੇ 'ਚ ਮਕਈ ਦੀਆਂ ਛੱਲੀਆਂ ਉਬਾਲਦੇ ਸਨ। ਉਬਾਲੇ ਨਾਲ ਜਦੋਂ ਛੱਲੀਆਂ ਦੇ ਦਾਣੇ ਨਰਮ ਹੋ ਜਾਂਦੇ ਸਨ, ਗਣਪਤ ਰਾਏ ਛੱਲੀਆਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲੈਂਦਾ ਸੀ ਤੇ ਲੋਹੇ ਦੇ ਇੱਕ ਤਸਲੇ 'ਚ ਰੱਖ ਲੈਂਦਾ ਸੀ। ਕਈ ਵਾਰ ਉਹ ਸੰਘਾੜੇ ਵੀ ਵੇਚਦਾ ਸੀ ਤੇ ਕਈ ਵਾਰ ਸ਼ਕਰਕੰਦੀ। ਕਦੀ ਉਹ ਕਚਾਲੂ ਵੇਚਣ ਲੱਗ ਪੈਂਦਾ ਸੀ ਤੇ ਕਦੀ ਕੁਝ ਹੋਰ। ਉਨੀ ਦਿਨੀ ਉਹ ਮਕਈ ਦੀਆਂ ਉਬਲੀਆਂ ਛੱਲੀਆਂ ਵੇਚ ਕੇ ਘਰ ਦਾ ਗੁਜ਼ਾਰਾ ਤੋਰਦਾ ਸੀ। ਇੱਕ ਦਿਨ ਮੈਂ ਪਿਤਾ ਜੀ ਨੂੰ ਆਖਿਆ, ਮੈਂ ਛੱਲੀ ਲੈਣੀ ਹੈ। ਤੂੰ ਛੱਲੀ ਨਾ ਲੈ, ਬਾਜ਼ਾਰੋਂ ਕੁਝ ਹੋਰ ਲੈ ਲਵੀਂ। ਨਹੀਂ, ਮੈਂ ਛੱਲੀ ਲੈਣੀ ਹੈ। ਛੱਲੀ ਨੂੰ ਸਵਾਦ ਬਣਾਉਣ ਲਈ ਗਣਪਤ ਰਾਏ ਛੱਲੀ ਉੱਤੇ ਇਮਲੀ ਦਾ ਪਾਣੀ ਵੀ ਲਾਉਂਦਾ ਸੀ ਤੇ ਕੁਝ ਹੋਰ ਮਸਾਲੇ ਵੀ। ਇਸ ਤਰ੍ਹਾਂ ਉਹਦੀ ਛੱਲੀ ਸਵਾਦ ਬਣ ਜਾਂਦੀ ਸੀ। ਪਿਤਾ ਜੀ ਨੇ ਚਿੰਤਾ ਜ਼ਾਹਰ ਕੀਤੀ, ਇਹ ਛੱਲੀ ਚੱਬਿਆਂ ਕਿਧਰੇ ਤੇਰਾ ਗਲਾ ਹੀ ਖਰਾਬ ਨਾ ਹੋ ਜਾਏ। ਮੈਂ ਅੱਜ ਤਾਂ ਛੱਲੀ ਖਾ ਕੇ ਵੇਖ ਲਵਾਂ। ਠੀਕ ਹੈ, ਤੂੰ ਅੱਜ ਛੱਲੀ ਖਾ ਕੇ ਵੇਖ ਲੈ, ਪਰ ਹਰ ਰੋਜ਼ ਨਾ ਖਾਵੀਂ। ਠੀਕ ਹੈ, ਮੈਂ ਪਿਤਾ ਜੀ ਦੀ ਗੱਲ ਮੰਨ ਲਈ। ਮੈਨੂੰ ਨਾਲ ਲੈ ਕੇ ਪਿਤਾ ਜੀ ਪੌੜੀਆਂ ਉਤਰੇ ਤੇ ਗਣਪਤ ਰਾਏ ਨੂੰ ਇੱਕ ਛੱਲੀ ਦੇਣ ਲਈ ਆਖਿਆ। ਗਣਪਤ ਰਾਏ ਨੇ ਤਸਲੇ ਵਿੱਚੋਂ ਇੱਕ ਛੱਲੀ ਚੁੱਕੀ। ਉਹਨੇ ਛੱਲੀ ਨੂੰ ਇਮਲੀ ਦੇ ਪਾਣੀ ਵਿੱਚ ਡੋਬਾ ਦਿੱਤਾ ਤੇ ਬਾਹਰ ਕੱਢ ਲਈ। ਜਦੋਂ ਛੱਲੀ ਕੁਝ ਨੁੱਚੜ ਗਈ ਤਾਂ ਉਹਨੇ ਛੱਲੀ ਨੂੰ ਕੁਝ ਹੋਰ ਮਸਾਲੇ ਮਲ ਦਿੱਤੇ। ਇੱਕ ਪੱਤੇ ਉੱਤੇ ਛੱਲੀ ਰੱਖ ਕੇ ਉਸ ਮੇਰੇ ਵੱਲ ਕਰ ਦਿੱਤੀ। ਮੈਂ ਉਹਦੇ ਹੱਥੋਂ ਛੱਲੀ ਫੜ ਲਈ। ਛੱਲੀ ਦੀ ਕੀਮਤ ਤਾਰਨ ਲਈ ਪਿਤਾ ਜੀ ਨੇ 1 ਪੈਸਾ ਗਣਪਤ ਰਾਏ ਵੱਲ ਕਰ ਦਿੱਤਾ। ਉਨੀ ਦਿਨ 1 ਪੈਸੇ ਦੀ ਵਰਤੋਂ ਆਮ ਸੀ। 1 ਪੈਸਾ ਕੋਈ ਨਿੱਕਾ ਸਿੱਕਾ ਨਹੀਂ ਸੀ ਸਮਝਿਆ ਜਾਂਦਾ। ਉਦੋਂ 1 ਪੈਸੇ ਵਿੱਚ 2 ਧੇਲੇ ਹੁੰਦੇ ਸਨ। 1 ਧੇਲੇ 'ਚ 3 ਪਾਈਆਂ ਹੁੰਦੀਆਂ ਸਨ। ਉਬਲੀ ਹੋਈ ਮਸਾਲੇਦਾਰ ਇੱਕ ਛੱਲੀ ਦੀ ਕੀਮਤ 2 ਪਾਈਆਂ ਸੀ। ਛੱਲੀ ਦਾ ਮੁੱਲ ਕੱਟ ਕੇ ਗਣਪਤ ਰਾਏ ਨੇ 1 ਧੇਲਾ ਤੇ 1 ਪਾਈ ਵਾਪਸ ਕਰਨੀ ਸੀ। ਗਣਪਤ ਰਾਏ ਨੇ ਪੂਰਾ ਪੈਸਾ ਹੀ ਵਾਪਸ ਕਰ ਦਿੱਤਾ। ਪਿਤਾ ਜੀ ਨੇ ਹੈਰਾਨ ਹੋ ਕੇ ਉਹਦੇ ਵੱਲ ਵੇਖਿਆ। ਵੇਖ ਭਾਊ, ਇਸ ਛੱਲੀ ਦੇ ਪੈਸੇ ਤਾਂ ਮੈਂ ਨਹੀਂ ਲੈਣੇ। 1 ਛੱਲੀ ਛੱਡ ਕੇ ਵੀਰ ਭਾਵੇਂ ਸਾਰੀਆਂ ਛੱਲੀਆਂ ਖਾ ਲਵੇ। ਗੱਲ ਕਰਦਿਆਂ ਗਣਪਤ ਰਾਏ ਨੇ ਅੱਖਾਂ ਭਰ ਲਈਆਂ ਤੇ ਪਿਤਾ ਜੀ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਏ। ਉਹ ਕੁਝ ਛਿਣ ਚੁੱਪ ਰਿਹਾ, ਸੰਭਲਣ ਪਿੱਛੋਂ ਬੋਲਿਆ, ਭਾਊ, ਸਾਡੇ ਲਈ ਇੰਨਾ ਕੀ ਥੋੜ੍ਹਾ ਹੈ ਕਿ ਉਹਦੇ ਹੱਸਣ ਖੇਡਣ ਦੀਆਂ ਆਵਾਜ਼ਾਂ ਸਾਨੂੰ ਸਾਰਾ ਦਿਨ ਸੁਣਦੀਆਂ ਰਹਿੰਦੀਆਂ ਨੇ। ਸਾਨੂੰ ਤਾਂ ਆਪਣਾ ਸੁੰਨਾ ਘਰ ਵੀ ਭਰਿਆ ਭਰਿਆ ਲੱਗਣ ਲੱਗ ਪਿਆ ਏ। ਜੇ ਮੈਂ ਇਸ ਰੌਣਕ ਲਈ ਕੀਮਤ ਤਾਰਨੀ ਹੋਵੇ ਤਾਂ ਕਿੱਥੋਂ ਤਾਰਾਂ? ਉਹਦੀ ਇਸ ਗੱਲ ਦਾ ਉੱਤਰ ਪਿਤਾ ਜੀ ਕੋਲ ਨਹੀਂ ਸੀ। ਅਸੀਂ ਗਣਪਤ ਰਾਏ ਦੇ ਉਸ ਮਕਾਨ 'ਚ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਰਹੇ ਸਾਂ, ਮੈਨੂੰ ਹੁਣ ਚੇਤੇ ਨਹੀਂ, ਪਰ ਗਣਪਤ ਰਾਏ ਦੀਆਂ ਉਬਲੀਆਂ ਹੋਈਆਂ ਛੱਲੀਆਂ ਦਾ ਸਵਾਦ ਮੈਨੂੰ ਹਾਲੇ ਵੀ ਚੇਤੇ ਹੈ। ਵੱਡੇ ਹੋ ਕੇ ਮੈਂ ਹੋਰ ਵੀ ਕਈ ਸੁਆਦਲੀਆਂ ਚੀਜ਼ਾਂ ਖਾਧੀਆਂ ਸਨ, ਪਰ ਗਣਪਤ ਰਾਏ ਦੀਆਂ ਛੱਲੀਆਂ ਵਰਗੀ ਸੁਆਦਲੀ ਚੀਜ਼ ਮੈਂ ਮੁੜ ਕਦੀ ਨਹੀਂ ਖਾਧੀ। ਵੱਡੇ ਹੋ ਕੇ ਉਹੋ ਜਿਹੀਆਂ ਸੁਆਦਲੀਆਂ ਛੱਲੀਆਂ ਮੈਨੂੰ ਕਦੀ ਲੱਭੀਆਂ ਵੀ ਨਹੀਂ। ਧੰਨਵਾਦ। ਕਹਾਣੀ ਹੈ 3 ਕਤੂਰਿਆਂ ਦੀ ਮਾਂ। ਇੱਕ ਟੱਠੇ ਹੋਏ ਮਕਾਨ ਦੇ ਕੌਲੇ ਓਲੇ ਬਿਸਕੁਟੀ ਰੰਗ ਦੀ ਇੱਕ ਕੁੱਤੀ ਨੇ 2 ਕਤੂਰਿਆਂ ਨੂੰ ਜਨਮ ਦਿੱਤਾ। ਉਹ ਕਤੂਰੇ ਬਹੁਤ ਸੋਹਣੇ ਸਨ, ਨਿੱਕੇ ਨਿੱਕੇ, ਗੋਲ ਮਟੋਲ ਤੇ ਡੱਬ ਖੜੱਬੇ। ਉਹਨਾਂ ਦੀਆਂ ਅੱਖਾਂ ਮੀਟੀਆਂ ਹੋਈਆਂ ਸਨ। ਕਤੂਰਿਆਂ ਨੇ ਹਾਲੇ ਕਈ ਦਿਨਾਂ ਪਿੱਛੋਂ ਅੱਖਾਂ ਖੋਲ੍ਹਣੀਆਂ ਸਨ। ਮੈਂ ਉਹ ਕਤੂਰੇ ਦੂਰੋਂ ਵੇਖੇ ਸਨ। ਮੇਰਾ ਦਿਲ ਕਰਦਾ ਸੀ ਉਹਨਾਂ ਕਤੂਰਿਆਂ ਕੋਲ ਜਾਵਾਂ, ਉੱਥੇ ਬੈਠ ਕੇ ਕਤੂਰਿਆਂ ਨਾਲ ਖੇਡਾਂ, ਪਰ ਇਹ ਸੰਭਵ ਨਹੀਂ ਸੀ। ਕੁੱਤੀ ਬਹੁਤ ਕੌੜ ਸੀ। ਜਿਹੜਾ ਵੀ ਕਤੂਰਿਆਂ ਨੇੜੇ ਜਾਣ ਦਾ ਯਤਨ ਕਰਦਾ ਸੀ, ਕੁੱਤੀ ਉਹਦੇ ਉੱਤੇ ਭੌਂਕਦੀ ਸੀ ਤੇ ਕਈ ਵਾਰ ਉਹ ਵੱਢਣ ਲਈ ਕਤੂਰਿਆਂ ਦੇ ਦੋਖੀਆਂ ਪਿੱਛੇ ਦੌੜਦੀ ਵੀ ਸੀ ਤੇ ਕਈਆਂ ਨੂੰ ਉਹਨੇ ਵੱਢਿਆ ਵੀ ਸੀ। ਇੱਕ ਦਿਨ ਮੈਂ ਪਿਤਾ ਜੀ ਨਾਲ ਕਿਧਰੋਂ ਬਾਹਰੋਂ ਮੁੜਿਆ ਸਾਂ। ਉਸ ਢੱਠੇ ਹੋਏ ਮਕਾਨ ਨੇੜਿਓਂ ਲੰਘਣ ਲੱਗੇ ਤਾਂ ਮੈਂ ਪਿਤਾ ਜੀ ਨੂੰ ਆਖਿਆ, ਮੈਂ ਕਤੂਰੇ ਵੇਖਣੇ ਨੇ। ਉਧਰੋਂ ਲੰਘਣ ਵਾਲੇ ਕਤੂਰਿਆਂ ਦੀ ਚੂੰ ਚੂੰ ਦੀ ਆਵਾਜ਼ ਸੁਣਦੀ ਸੀ, ਪਰ ਉਸ ਦਿਨ ਕੋਈ ਆਵਾਜ਼ ਨਹੀਂ ਆਈ ਸੀ। ਜ਼ਰਾ ਕੁ ਵੀ ਬਿੜਕ ਆਵੇ ਤਾਂ ਕੁੱਤੀ ਦੇ ਕੰਨ ਖੜੇ ਹੋ ਜਾਂਦੇ ਸਨ।
ਉਹ ਉੱਥੇ ਬੈਠੀ ਬੈਠੀ ਭੌਂਕਣ ਲੱਗ ਪੈਂਦੀ ਸੀ। ਉਸ ਦਿਨ ਕਾਲੇ ਵਿੱਚ ਅਸਲੋਂ ਚੁੱਪਚਾਪ ਸੀ। ਪਿਤਾ ਜੀ ਨੇ ਆਖਿਆ, ਹੋ ਸਕਦਾ ਕੁੱਤੀ ਆਪਣੇ ਕਤੂਰਿਆਂ ਨੂੰ ਚੁੱਕ ਕੇ ਕਿਧਰੇ ਹੋਰ ਲੈ ਗਈ ਹੋਵੇ। ਜੇ ਕਿਸੇ ਕੁੱਤੀ ਨੂੰ ਕੋਈ ਥਾਂ ਆਪਣੇ ਕਤੂਰਿਆਂ ਲਈ ਖਤਰੇ ਵਾਲੀ ਜਾਪੇ ਤਾਂ ਉਹ ਨਵੀਂ ਥਾਂ ਲੱਭ ਲੈਂਦੀ ਸੀ। ਸ਼ਾਇਦ ਇਸ ਕੁੱਤੀ ਨੇ ਵੀ ਇਹੋ ਕੀਤਾ ਹੋਵੇ ਤੇ ਆਪਣੇ ਕਤੂਰਿਆਂ ਨੂੰ ਇੱਕ ਇੱਕ ਕਰਕੇ ਮੂੰਹ 'ਚ ਚੁੱਕ ਕੇ ਨਵੀਂ ਥਾਂ ਲੈ ਗਈ ਹੋਵੇ। ਫਿਰ ਵੀ ਉਹ ਥਾਂ ਵੇਖ ਲੈਣੀ ਚਾਹੀਦੀ ਸੀ। ਪਿਤਾ ਜੀ ਸਾਈਕਲ ਰੇੜ ਕੇ ਢੱਠੀ ਕੰਧ ਦੇ ਨੇੜੇ ਲੈ ਗਏ। ਸਾਈਕਲ ਦੇ ਡੰਡੇ ਉੱਤੇ ਕੱਪੜਾ ਲਪੇਟਿਆ ਹੋਇਆ ਸੀ ਤੇ ਮੈਂ ਕੱਪੜੇ ਦੀ ਉਸ ਕਾਠੀ ਉੱਤੇ ਬੈਠਾ ਹੋਇਆ ਸਾਂ। ਪਿਤਾ ਜੀ ਨੇ ਸਾਈਕਲ ਕੰਧ ਨਾਲ ਟੇਢਾ ਖੜਾ ਕਰ ਦਿੱਤਾ ਤੇ ਮੈਨੂੰ ਚੁੱਕ ਕੇ ਮੋਢਿਆਂ ਉੱਤੇ ਬਿਠਾ ਲਿਆ। ਉਹਨਾਂ ਕੁਝ ਪੁਲੰਘਾਂ ਕੋਲੇ ਵੱਲ ਪੁੱਟੀਆਂ ਤੇ ਬੋਲੇ, ਹੁਣੇ ਤੂੰ ਕਤੂਰੇ ਵੇਖ ਲੈ, ਕੀ ਪਤਾ ਉੱਥੇ ਹੀ ਹੋਣ। ਮੈਂ ਢੱਠੀ ਕੰਧ ਉੱਤੋਂ ਦੀ ਝਾਕਿਆ, ਕਤੂਰੇ ਉੱਥੇ ਹੀ ਸਨ, ਕੁੱਤੀ ਵੀ ਉੱਥੇ ਹੀ ਸੀ। ਕੁੱਤੀ ਲਹੂ ਲੁਹਾਨ ਹੋਈ ਅੱਧਮੋਈ ਹਾਲਤ ਵਿੱਚ ਪਈ ਸੀ। ਉਹਦੇ ਥਣਾਂ ਦਾ ਦੁੱਧ ਸੁੱਕਿਆ ਹੋਇਆ ਸੀ। ਕਤੂਰਿਆਂ ਦੇ ਪੀਣ ਲਈ ਦੁੱਧ ਨਹੀਂ ਸੀ। ਉਹ ਭੁੱਖੇ ਸਨ, ਨਿਢਾਲ ਸਨ ਤੇ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਸਨ। ਨਿਢਾਲਤਾ ਕਾਰਨ ਉਹਨਾਂ ਕਤੂਰਿਆਂ ਦੇ ਰੋਣ ਦੀ ਆਵਾਜ਼ ਵੀ ਸੁਣਾਈ ਨਹੀਂ ਸੀ ਦੇ ਰਹੀ। ਲੱਗਦਾ ਸੀ ਕੁੱਤੀ ਨੇ ਕਿਸੇ ਰਾਹ ਜਾਂਦੇ ਨੂੰ ਵੱਢਿਆ ਸੀ ਤੇ ਉਹਨੇ ਕੁੱਤੀ ਨੂੰ ਡਾਂਗਾ ਮਾਰ-ਮਾਰ ਭੰਨ ਸੁੱਟਿਆ ਸੀ। ਜੇ ਕੁੱਤੀ ਦੇ ਜ਼ਖਮਾਂ ਉੱਤੇ ਮਰਮ ਨਾ ਲੱਗੀ ਤਾਂ ਉਹਦੇ ਕੋਲੋਂ ਜ਼ਖਮਾਂ ਦੀ ਤਾਬ ਝੱਲੀ ਨਹੀਂ ਸੀ ਜਾਣੀ। ਕਤੂਰਿਆਂ ਨੂੰ ਜੇ ਦੁੱਧ ਪੀਣ ਲਈ ਦੁੱਧ ਨਾ ਮਿਲਿਆ ਤਾਂ ਉਹਨਾਂ ਵੀ ਭੁੱਖ ਨਾਲ ਮਰ ਜਾਣਾ ਸੀ। ਮੈਂ ਨਿਆਣਾ ਸਾਂ। ਕੁੱਤੀ ਤੇ ਉਹਦੇ ਕਤੂਰਿਆਂ ਉੱਤੇ ਮੰਡਰਾ ਰਹੇ ਖਤਰੇ ਨੂੰ ਸਮਝ ਨਹੀਂ ਸਰਿਆ, ਪਰ ਮੈਨੂੰ ਜਿਵੇਂ ਕਿਸੇ ਅਦ੍ਰਿਸ਼ ਸ਼ਕਤੀ ਨੇ ਸਮਝਾ ਦਿੱਤਾ ਸੀ ਕਿ ਉਸ ਟੱਬਰ ਨੂੰ ਸਾਡੀ ਸਹਾਇਤਾ ਦੀ ਲੋੜ ਸੀ। ਮੈਂ ਪਿਤਾ ਜੀ ਨੂੰ ਆਖਿਆ, ਆਪਾਂ ਇਹਨਾਂ ਨੂੰ ਘਰ ਲੈ ਚੱਲੀਏ। ਪਿਤਾ ਜੀ ਨੇ ਕੁਝ ਛਿਣ ਮੇਰੇ ਵੱਲ ਵੇਖਿਆ। ਉਹਨਾਂ ਸ਼ਾਇਦ ਮੇਰੀ ਭਾਵਨਾ ਨੂੰ ਸਮਝ ਲਿਆ ਸੀ। ਉਹ ਮੁਸਕਰਾਏ। ਘਰ ਉੱਥੋਂ ਬਹੁਤੀ ਦੂਰ ਨਹੀਂ ਸੀ। ਉਹਨਾਂ 2 ਗੇੜਿਆਂ ਵਿੱਚ ਕੁੱਤੀ ਤੇ ਉਹਦੇ ਕਤੂਰਿਆਂ ਨੂੰ ਘਰ ਪਹੁੰਚਾ ਦਿੱਤਾ। ਨਾਨਕਸ਼ਾਹੀ ਇੱਟਾਂ ਵਾਲੇ ਉਸ ਮਕਾਨ ਦੀ ਪਹਿਲੀ ਮੰਜ਼ਲ ਦਾ ਲੰਮਾ ਕਮਰਾ ਸਾਡਾ ਘਰ ਸੀ। ਕੁੱਤੀ ਤੇ ਉਹਦੇ ਕਤੂਰਿਆਂ ਦੇ ਆਉਣ ਪਿੱਛੋਂ ਘਰ ਪੂਰਾ ਭਰ ਗਿਆ। ਸਾਰਿਆਂ ਨੇ ਰਲ ਕੇ ਕੁੱਤੀ ਦੇ ਜ਼ਖਮਾਂ ਨੂੰ ਸਾਫ਼ ਕੀਤਾ। ਮਾਂ ਨੇ ਹਲਦੀ ਤੇ ਤੇਲ ਘੋਂ ਕਰਕੇ ਕੁੱਤੀ ਦੇ ਜ਼ਖਮਾਂ ਉੱਤੇ ਲਾਇਆ। ਪਿਤਾ ਜੀ ਨੇ ਰੂੰ ਦੇ ਫੰਬੇ ਨਾਲ ਕੁੱਤੀ ਨੂੰ ਵੀ ਦੁੱਧ ਪਿਆਇਆ ਤੇ ਕਤੂਰਿਆਂ ਨੂੰ ਵੀ। ਕੁੱਤੀ ਤੇ ਉਹਦੇ ਕਤੂਰੇ ਪਤਾ ਨਹੀਂ ਕਦੋਂ ਦੇ ਭੁੱਖੇ ਪਿਆਸੇ ਸਨ। ਇਸ ਕਾਰਵਾਈ ਤੋਂ ਪਿੱਛੋਂ ਉਹਨਾਂ ਵਿੱਚ ਜਿਵੇਂ ਨਵੀਂ ਜਾਨ ਆ ਗਈ। ਛੇਤੀ ਮੈਨੂੰ ਵੀ ਕਤੂਰਿਆਂ ਨੂੰ ਦੁੱਧ ਪਿਆਉਣ ਦੀ ਜਾਚ ਆ ਗਈ। ਮੈਂ ਰੂੰ ਦਾ ਫੰਬਾ ਦੁੱਧ ਵਿੱਚ ਭਿਉਂ ਕੇ ਵਾਰੀ-ਵਾਰੀ 2 ਕਤੂਰਿਆਂ ਦੇ ਮੂੰਹ ਨੂੰ ਲਾ ਦਿੰਦਾ ਸੀ। ਉਹ ਪੁੱਛ-ਪੁੱਛ ਦੀ ਆਵਾਜ਼ ਕਰਦੇ ਰੂੰ ਦੇ ਫੰਬੇ ਨੂੰ ਚੁੰਘਣ ਲੱਗ ਪੈਂਦੇ ਸਨ। ਕੁੱਤੀ ਪਰਾਂ ਬੈਠੀ ਚੁੱਪਚਾਪ ਆਪਣੇ ਕਤੂਰਿਆਂ ਨੂੰ ਵੇਖਦੀ ਰਹਿੰਦੀ ਸੀ। ਮੈਂ ਕਤੂਰਿਆਂ ਨਾਲ ਭਾਵੇਂ ਜਿਵੇਂ ਮਰਜ਼ੀ ਖੇਡਾਂ, ਮੇਰੇ ਉੱਤੇ ਭੌਂਕਦੀ ਨਹੀਂ ਸੀ। ਮੈਂ ਦਿਨ ਭਰ ਕਤੂਰਿਆਂ ਨਾਲ ਖੇਡਦਾ ਰਹਿੰਦਾ ਸੀ। ਕੁੱਤੀ ਤੁਰ ਫਿਰ ਨਹੀਂ ਸੀ ਸਕਦੀ। ਉਹ ਖੜੀ ਵੀ ਨਹੀਂ ਸੀ ਹੋ ਸਕਦੀ। ਉਹ ਬਸ ਨਿਢਾਲ ਜੀ ਪਈ ਰਹਿੰਦੀ ਸੀ। ਕਦੀ-ਕਦੀ ਉਹ ਸਿਰ ਚੁੱਕ ਕੇ ਆਪਣੇ ਕਤੂਰਿਆਂ ਨੂੰ ਵੀ ਵੇਖ ਲੈਂਦੀ ਸੀ। ਨਿੱਤ ਦੀ ਦੇਖਭਾਲ ਨਾਲ ਕੁੱਤੀ ਨਰੋਈ ਹੋ ਰਹੀ ਸੀ। ਹੌਲੀ-ਹੌਲੀ ਉਹ ਕੰਧ ਦੇ ਆਸਰੇ ਖੜੀ ਹੋਣ ਲੱਗ ਪਈ। ਇੱਕ ਦਿਨ ਉਹ ਸਿਰਫ ਖੜੀ ਨਹੀਂ ਹੋਈ, ਕੰਧ ਦੇ ਨਾਲ ਘਸਰਦੀ ਹੋਈ ਗਾਂਹ ਤੁਰ ਪਈ। ਫਿਰ ਉਹ ਹੋਰ ਸਿਹਤਮੰਦ ਹੋ ਗਈ। ਉਹ ਆਪਣੇ ਆਪ ਉੱਠਣ ਵੀ ਲੱਗ ਪਈ ਤੇ ਕੁਝ ਕਦਮ ਤੁਰਨ ਵੀ ਲੱਗ ਪਈ। ਹੌਲੀ-ਹੌਲੀ ਕੁੱਤੀ ਦੇ ਥਣਾਂ ਵਿੱਚ ਮੁੜ ਦੁੱਧ ਉਤਰ ਆਇਆ। ਕਤੂਰੇ ਮੁੱਦਤ ਬਾਅਦ ਦੁੱਧ ਪੀਣ ਲਈ ਕੁੱਤੀ ਦੇ ਥਣਾਂ ਨਾਲ ਚੰਬੜੇ ਤਾਂ ਮੈਂ ਕੁੱਤੀ ਦਾ ਮਮਤਾਵਾਨ ਚਿਹਰਾ ਵੇਖਿਆ ਸੀ। ਮੈਂ ਕੁੱਤੀ ਦੀਆਂ ਅੱਖਾਂ ਭਰੀਆਂ ਹੋਈਆਂ ਵੇਖੀਆਂ ਸਨ, ਜਾਂ ਸ਼ਾਇਦ ਮੈਨੂੰ ਹੀ ਇਸ ਤਰ੍ਹਾਂ ਜਾਪਿਆ ਸੀ ਕਿ ਉਸ ਮਾਂ ਦੀਆਂ ਅੱਖਾਂ 'ਚ ਅੱਥਰੂ ਸਨ। ਕੁੱਤੀ ਨੂੰ ਰਾਜੀ ਹੁੰਦਿਆਂ ਕਈ ਦਿਨ ਲੱਗ ਗਏ ਸਨ। ਇਸ ਦੌਰਾਨ ਕਤੂਰਿਆਂ ਨੇ ਅੱਖਾਂ ਖੋਲ੍ਹ ਲਈਆਂ ਸਨ। ਕਤੂਰਿਆਂ ਨਾਲ ਖੇਡਦਾ-ਖੇਡਦਾ ਮੈਂ ਵੀ ਜਿਵੇਂ ਕੁੱਤੀ ਦੇ ਪਰਿਵਾਰ ਦਾ ਇੱਕ ਹਿੱਸਾ ਹੋ ਗਿਆ ਸਾਂ। ਕਤੂਰਿਆਂ ਨੂੰ ਖੇਡਦਿਆਂ-ਖੇਡਦਿਆਂ ਜਦੋਂ ਭੁੱਖ ਲੱਗਦੀ ਤਾਂ ਕੁੱਤੀ ਦੇ ਥਣਾਂ ਨੂੰ ਚੰਬੜ ਜਾਂਦੇ ਤੇ ਦੁੱਧ ਚੁੰਘਣ ਲੱਗ ਪੈਂਦੇ। ਉਹਨਾਂ ਕਤੂਰਿਆਂ ਦੀ ਰੀਸੇ ਇੱਕ ਦਿਨ ਮੈਂ ਵੀ ਕੁੱਤੀ ਦਾ ਦੁੱਧ ਚੁੰਘਣ ਲੱਗ ਪਿਆ। ਉਹ ਕੁੱਤੀ ਜੋ ਬਹੁਤ ਕੌੜੀ ਸੀ, ਜਿਹਨੇ ਕਈਆਂ ਨੂੰ ਵੱਢਿਆ ਸੀ। ਲੋਕ ਉਸ ਕੁੱਤੀ ਦੇ ਨੇੜੇ ਜਾਣ ਤੋਂ ਵੀ ਡਰਦੇ ਸਨ। ਉਸ ਕੁੱਤੀ ਦਾ ਮੈਂ ਦੁੱਧ ਚੁੰਘ ਰਿਹਾ ਸਾਂ, ਪਰ ਉਹਨੇ ਮੈਨੂੰ ਕੁਝ ਨਹੀਂ ਸੀ ਆਖਿਆ। ਅਗਲੇ ਦਿਨ ਵੀ ਮੈਂ ਕਤੂਰਿਆਂ ਦੇ ਨਾਲ ਹੀ ਕੁੱਤੀ ਦੇ ਥਣਾਂ ਨੂੰ ਜਾ ਚੰਬੜਿਆ। ਕੁੱਤੀ ਨੇ ਧੌਣ ਮੋੜੀ ਤੇ ਮੂੰਹ ਨਾਲ ਮੈਨੂੰ ਲਾਡ ਕਰਨ ਲੱਗ ਪਈ। ਸ਼ਾਇਦ ਕੁੱਤੀ ਨੇ ਸੋਚ ਲਿਆ ਸੀ ਉਹ 2 ਨਹੀਂ 3 ਕਤੂਰਿਆਂ ਦੀ ਮਾਂ ਸੀ। ਧੰਨਵਾਦ। ਅਗਲੀ ਕਹਾਣੀ ਹੈ ਅੱਖਰਾਂ ਨਾਲ ਆੜੀ। ਤਰਨਤਾਰਨ ਸ਼ਹਿਰ ਦੇ ਅੱਡਾ ਬਾਜ਼ਾਰ 'ਚ ਇੱਕ ਨਿੱਕਾ ਜਿਹਾ ਸਕੂਲ ਹੁੰਦਾ ਸੀ। ਉੱਥੇ ਫੁੱਲਾਂ ਵਰਗੇ ਹੱਸਦੇ ਖੇਡਦੇ ਨਿੱਕੇ-ਨਿੱਕੇ ਬਾਲ ਪੜ੍ਹਦੇ ਸਨ। ਉਹ ਮੇਰਾ ਪਹਿਲਾ ਸਕੂਲ ਸੀ। ਮੈਂ ਉਸ ਸਕੂਲ ਦੀ ਕੱਚੀ ਜਮਾਤ 'ਚ ਦਾਖਲ ਹੋਇਆ ਸਾਂ। ਉਸ ਸਕੂਲ 'ਚ 3 ਜਮਾਤਾਂ ਸਨ, ਕੱਚੀ, ਪੱਕੀ ਤੇ ਪਹਿਲੀ। ਅਗਲੀਆਂ ਜਮਾਤਾਂ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਸਨ। ਸਕੂਲ ਦੇ ਪਹਿਲੇ ਦਿਨ ਮੇਰੇ ਪਿਤਾ ਜੀ ਮੈਨੂੰ ਜਮਾਤ ਵਿੱਚ ਛੱਡਣ ਗਏ। ਮੇਰੀ ਪੜ੍ਹਾਈ ਦੀ ਸ਼ਗਨਾਂ ਭਰੀ ਸ਼ੁਰੂਆਤ ਲਈ ਉਹਨਾਂ ਸਾਰੀ ਜਮਾਤ ਦੇ ਬਾਲਾਂ ਵਿੱਚ ਪਤਾਸੇ ਵੰਡੇ।
ਪਤਾਸੇ ਵੰਡਦਿਆਂ ਉਹਨਾਂ ਮੈਨੂੰ ਆਪਣੇ ਨਾਲ ਹੀ ਪੂਰੀ ਜਮਾਤ ਵਿੱਚ ਤੋਰਿਆ। ਫਿਰ ਉਹਨਾਂ ਮੈਨੂੰ ਕਮਰੇ 'ਚ ਵਿਛੇ ਤੱਪੜ ਉੱਤੇ ਬਿਠਾ ਦਿੱਤਾ ਤੇ ਉੱਥੋਂ ਚਲੇ ਗਏ। ਮੈਂ ਡੌਰ ਭੌਰ ਹੋਇਆ ਉੱਥੇ ਬੈਠਾ ਰਿਹਾ। ਫਿਰ ਡੱਡੂ ਲਿਕਾ ਹੋਇਆ ਰੋਣ ਲੱਗ ਪਿਆ। ਮੈਥੋਂ ਮੇਰਾ ਖੇਡਣਾ ਮਲਣਾ ਖੁੱਸ ਗਿਆ ਸੀ। ਮੈਨੂੰ ਰੋਂਦਿਆਂ ਵੇਖ ਕੇ ਅਧਿਆਪਕ ਨੇ ਛੁੱਟੀ ਦੇ ਦਿੱਤੀ। ਪਿਤਾ ਜੀ ਰਾਹ 'ਚ ਕਿਸੇ ਕੋਲ ਘੜੀ ਪਲ ਰੁਕ ਕੇ ਘਰ ਪਹੁੰਚੇ ਤਾਂ ਮੈਂ ਪਹਿਲਾਂ ਹੀ ਘਰ ਬੈਠਾ ਹੋਇਆ ਸੀ। ਉਹ ਮੈਨੂੰ ਵੇਖ ਕੇ ਹੈਰਾਨ ਹੋਏ। ਉਹਨਾਂ ਇਸ ਬਾਰੇ ਮੇਰੀ ਅਧਿਆਪਕ ਨਾਲ ਗੱਲ ਕੀਤੀ ਤੇ ਅਗਲੇ ਦਿਨ ਵੱਡੀ ਭੈਣ ਨੂੰ ਮੇਰੇ ਨਾਲ ਸਕੂਲ ਭੇਜ ਦਿੱਤਾ। ਭੈਣ ਕੁਝ ਦੇਰ ਤੱਕ ਮੇਰੇ ਨਾਲ ਜਮਾਤ 'ਚ ਬੈਠੀ ਰਹੀ ਤੇ ਫਿਰ ਅੱਕ ਗਈ। ਉਹ ਵਾਸੀਆਂ ਲੈਣ ਲੱਗ ਪਈ ਤੇ ਉੱਠ ਕੇ ਵਾਪਸ ਘਰ ਨੂੰ ਤੁਰ ਪਈ। ਕੁਝ ਚਿਰ ਪਿੱਛੋਂ ਮੈਂ ਵੀ ਉੱਥੋਂ ਤੁਰ ਪਿਆ। ਮੈਨੂੰ ਜਮਾਤ 'ਚ ਬਿਠਾਈ ਰੱਖਣ ਦਾ ਇਹ ਤਰੀਕਾ ਠੀਕ ਸਾਬਤ ਨਹੀਂ ਸੀ ਹੋਇਆ। ਭੈਣ ਨੇੜੇ ਦੇ ਇੱਕ ਸਕੂਲ 'ਚ ਪੜ੍ਹਦੀ ਸੀ। ਉਹ ਆਪਣੇ ਸਕੂਲ ਤੋਂ ਲਗਾਤਾਰ ਛੁੱਟੀਆਂ ਵੀ ਨਹੀਂ ਸੀ ਲੈ ਸਕਦੀ। ਹੁਣ ਇਹੋ ਰਾਹ ਹੀ ਬਾਕੀ ਸੀ ਕਿ ਮੈਂ ਆਪ ਹੀ ਪੜ੍ਹਾਈ 'ਚ ਜੀ ਲਾਵਾਂ। ਅਗਲੀ ਸਵੇਰ ਮੈਨੂੰ ਭੈਣ ਦੇ ਨਾਲ ਹੀ ਸਕੂਲ ਵੱਲ ਤੋਰ ਦਿੱਤਾ ਗਿਆ। ਭੈਣ ਦੇ ਸਕੂਲ ਦੇ ਅੰਦਰ ਜਾ ਕੇ ਮੈਨੂੰ ਮੇਰੀ ਜਮਾਤ ਦੇ ਉਸੇ ਮੈਲੇ ਤੱਪੜ ਤੇ ਬਿਠਾ ਦਿੱਤਾ। ਉੱਥੋਂ ਜਾਣ ਤੋਂ ਪਹਿਲਾਂ ਉਹਨੇ ਮੈਨੂੰ ਮਿੱਠੀਆਂ ਫੁੱਲੀਆਂ ਦਾ ਭਰਿਆ ਲਿਫਾਫਾ ਦਿੱਤਾ ਤੇ ਬੋਲੀ, ਵੀਰ ਅੱਜ ਦਿਲ ਲਾ ਕੇ ਪੜ੍ਹੀ। ਉਸ ਦਿਨ ਸ਼ਾਇਦ ਮੈਂ ਕੁਝ ਸਵਖਤੇ ਹੀ ਸਕੂਲ ਚਲਾ ਗਿਆ ਸੀ। ਉਦੋਂ ਤੱਕ ਬਹੁਤੇ ਬੱਚੇ ਸਕੂਲ ਨਹੀਂ ਸਨ ਅਪੜੇ। ਮੈਂ ਤੱਪੜ ਉੱਤੇ ਬੈਠਾ ਮਿੱਠੀਆਂ ਫੁੱਲੀਆਂ ਖਾਣ ਲੱਗ ਪਿਆ। ਜਦੋਂ ਫੁੱਲੀਆਂ ਮੁੱਕੀਆਂ ਤਾਂ ਜਾਪਿਆ ਮੇਰਾ ਸਕੂਲ ਵੀ ਮੁੱਕ ਗਿਆ ਸੀ। ਮੇਰੇ ਉਸ ਸਕੂਲ ਵਿੱਚ ਇੱਕ ਹੀ ਅਧਿਆਪਕ ਸੀ। ਉਹੀ ਵਾਰੀ-ਵਾਰੀ ਸਾਰੀਆਂ ਜਮਾਤਾਂ ਨੂੰ ਪੜ੍ਹਾਉਂਦਾ ਸੀ। ਉਹ ਕਿਸੇ ਹੋਰ ਜਮਾਤ 'ਚ ਗਿਆ ਤਾਂ ਮੈਂ ਉੱਥੋਂ ਖਿਸਕ ਤੁਰਿਆ। ਮੇਰੇ ਘਰ ਦੇ ਰਾਹ 'ਚ ਇੱਕ ਖੁੱਲ੍ਹਾ ਮੈਦਾਨ ਸੀ। ਉੱਥੇ ਵਿਹਲੜ ਮੁੰਡੇ ਦਿਨ ਭਰ ਗੁੱਡੀਆਂ ਉਡਾਉਂਦੇ ਰਹਿੰਦੇ ਸਨ। ਉਹਨਾਂ ਦੀਆਂ ਗੁੱਡੀਆਂ ਦੇ ਆਪਸ ਵਿੱਚ ਪੇਚੇ ਵੀ ਲੜਦੇ ਸਨ। ਕਈ ਗੁੱਡੀਆਂ ਕੱਟੀਆਂ ਜਾਂਦੀਆਂ ਸਨ। ਉਦੋਂ ਉੱਥੇ ਖੜੇ ਤਮਾਸ਼ਬੀਨ ਮੁੰਡੇ ਉੱਚੀ ਆਵਾਜ਼ 'ਚ ਬੋ ਕਾਟਾ ਦਾ ਨਾਅਰਾ ਮਾਰਦੇ ਸਨ। ਉਹ ਹਵਾ 'ਚ ਲਹਿਰਾ ਕੇ ਹੇਠਾਂ ਡਿੱਗ ਰਹੀ ਗੁੱਡੀ ਤੇ ਉਹਦੀ ਡੋਰ ਲੁੱਟਣ ਲਈ ਦੌੜਦੇ ਸਨ। ਉਹ ਇੱਕ ਦੂਜੇ ਨੂੰ ਧੱਕੇ ਦਿੰਦੇ ਸਨ, ਖੋਆ ਖਿੰਜੀ ਕਰਦੇ ਸਨ। ਉਦੋਂ ਡੋਰ ਦੀ ਖਿੱਚ ਨਾਲ ਕਈਆਂ ਦੇ ਹੱਥਾਂ ਉੱਤੇ ਚੀਰ ਵੀ ਆ ਜਾਂਦੇ ਸਨ। ਜਦੋਂ ਆਪਣੀ ਲੁੱਟ ਵੇਖਦੇ ਸਨ ਤਾਂ ਕਿਸੇ ਦੇ ਹੱਥ 'ਚ ਪਾਟੀ ਹੋਈ ਗੁੱਡੀ ਹੁੰਦੀ ਸੀ ਤੇ ਕੁਝ ਮੁੰਡਿਆਂ ਕੋਲ ਡੋਰ ਦੇ ਟੁਕੜੇ। ਇਹ ਮੌਜ ਮੇਲਾ ਵਧੀਆ ਸੀ। ਮੈਂ ਆਪਣਾ ਬਾਲਬੋਧ ਕੱਛੇ ਦੇ ਨਿੰਗ ਚੜਾ ਲਿਆ ਤੇ ਲੋਟੂ ਨਿਆਣਿਆਂ 'ਚ ਰਲ ਗਿਆ। ਉਸ ਖੇਡ 'ਚ ਮੈਂ ਕੁਝ ਇਸ ਤਰ੍ਹਾਂ ਰੁੱਝ ਗਿਆ ਕਿ ਨਾ ਮੈਨੂੰ ਘਰ ਦਾ ਚੇਤਾ ਆਇਆ ਤੇ ਨਾ ਸਕੂਲ ਦਾ, ਨਾ ਮੈਨੂੰ ਭੁੱਖ ਦਾ ਖਿਆਲ ਆਇਆ ਤੇ ਨਾ ਪਿਆਸ ਦਾ। ਡੋਰ ਤੇ ਪਤੰਗ ਲੁੱਟਣ ਵਾਲੇ ਬਾਕੀ ਮੁੰਡੇ ਮੇਰੇ ਨਾਲੋਂ ਵੱਡੇ ਸਨ। ਦੁਪਹਿਰ ਤੱਕ ਨਾ ਮੈਥੋਂ ਡੋਰ ਹੀ ਲੁੱਟੀ ਗਈ ਤੇ ਨਾ ਪਤੰਗ। ਮੈਂ ਧੁੱਪ ਵਿੱਚ ਇੱਧਰ ਉੱਧਰ ਨੱਸਦਾ ਥੱਕ ਗਿਆ ਸੀ। ਮੈਂ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਵੇਖਿਆ ਮੇਰਾ ਬਾਲਬੋਧ ਕੱਛੇ ਦੇ ਨੇਗ 'ਚੋਂ ਖਿਸਕ ਕੇ ਕਿਧਰੇ ਡਿੱਗ ਪਿਆ ਸੀ। ਪੜ੍ਹਾਈ ਦੇ ਉਹਨਾਂ ਦਿਨਾਂ 'ਚ ਮੇਰੇ ਬਹੁਤ ਸਾਰੇ ਬਾਲਬੋਧ ਗੁੰਮ ਹੋਏ ਸਨ। ਉਦੋਂ ਮੈਂ ਨਿੱਤ ਨਵਾਂ ਬਾਲਬੋਧ ਲੈ ਕੇ ਸਕੂਲ ਜਾਂਦਾ ਸੀ। ਮੇਰੀ ਪੜ੍ਹਾਈ ਇਸੇ ਤਰ੍ਹਾਂ ਹੀ ਤੁਰਦੀ ਰਹੀ ਸੀ, ਪਰ ਕਈ ਵਾਰ ਪੂਰਾ ਦਿਨ ਵੀ ਸਕੂਲ 'ਚ ਬਹਿਣਾ ਪੈ ਜਾਂਦਾ ਸੀ ਤੇ ਫਿਰ ਊੜੇ ਐੜੇ ਦਾ ਇਮਤਿਹਾਨ ਹੋਇਆ। ਪੂਰੀ 35 ਅੱਖਰੀ ਮੈਨੂੰ ਜ਼ੁਬਾਨੀ ਵੀ ਯਾਦ ਸੀ ਤੇ ਲਿਖਣੀ ਵੀ ਆਉਂਦੀ ਸੀ ਤੇ ਇਮਤਿਹਾਨ ਵਿੱਚ ਅੱਵਲ ਆਉਣ ਦਾ ਮੈਨੂੰ ਇਨਾਮ ਵੀ ਮਿਲਿਆ। ਉਹ ਇਨਾਮ ਸਿਆਹੀ ਦੇ ਟੋਭੇ ਲਾ ਕੇ ਲਿਖਣ ਵਾਲਾ ਡੰਕ ਸੀ, ਨਵੀਂ ਨਿੱਬ ਵਾਲਾ ਲਾਲ ਰੰਗ ਦਾ ਡੰਕ। ਉਸ ਡੰਕ ਨਾਲ ਮੈਂ ਅੱਖਰ ਸੋਹਣੇ ਬਣਾ ਕੇ ਲਿਖਣ ਲੱਗ ਪਿਆ ਤੇ ਫਿਰ ਮੈਨੂੰ ਅੱਖਰ ਜੋੜ ਕੇ ਸ਼ਬਦ ਬਣਾਉਣ ਦੀ ਜਾਚ ਵੀ ਆ ਗਈ। ਆਪਣੇ ਬਣਾਏ ਹੋਏ ਸ਼ਬਦ ਮੈਨੂੰ ਚਿੱਤਰਾਂ ਵਰਗੇ ਦਿਸਦੇ ਸਨ, ਸੋਹਣੇ ਤੇ ਪਰੀ ਕਹਾਣੀਆਂ ਦੇ ਚਿੱਤਰਾਂ ਵਰਗੇ। ਅੱਖਰ ਮੇਰੇ ਦੋਸਤ ਹੋ ਗਏ ਸਨ। ਅੱਖਰਾਂ ਨਾਲ ਆੜੀ ਹੋਣ ਪਿੱਛੋਂ ਮੇਰੇ ਕੋਲ ਮੁੜ ਕਦੀ ਵੀ ਬਾਲਬੋਧ ਨਹੀਂ ਸਨ ਗੁਆਚੇ। ਧੰਨਵਾਦ। ਅਖੀਰਲੀ ਕਹਾਣੀ ਹੈ ਆਤਿਸ਼ਬਾਜ਼ੀ ਦਾ ਟੋਕਰਾ। ਨਿੱਕੇ ਹੁੰਦਿਆਂ ਮੇਲਿਆਂ ਤੇ ਤਿਉਹਾਰਾਂ ਦਾ ਚਾਅ ਹੁੰਦਾ ਸੀ। ਮੈਂ ਭੈਣਾਂ ਮੂੰਹੋਂ ਸੁਣਿਆ ਸੀ ਕਿ ਦੀਵਾਲੀ ਆਉਣ ਵਾਲੀ ਹੈ। ਵੱਡੀ ਭੈਣ ਨੇ ਦੱਸਿਆ ਅਸੀਂ ਦੀਵਾਲੀ ਉੱਤੇ ਦੀਵੇ ਬਾਲਾਂਗੇ, ਰੰਗ ਬਿਰੰਗੀਆਂ ਫੁੱਲਝੜੀਆਂ ਤੇ ਪਟਾਕੇ ਵੀ ਚਲਾਵਾਂਗੇ। ਉਸ ਦਿਨ ਕਈ ਤਰ੍ਹਾਂ ਦੀ ਮਠਿਆਈ ਵੀ ਹੋਊ, ਕੋਈ ਭਾਵੇਂ ਕਿੰਨੀ ਮਰਜ਼ੀ ਖਾ ਲਵੇ। ਮੇਰੀ ਉਡੀਕ ਆਰੰਭ ਹੋ ਗਈ। ਇੱਕ ਕਰਕੇ ਦਿਨ ਬੀਤਦੇ ਰਹੇ। ਦੀਵਾਲੀ ਦਾ ਦਿਨ ਨੇੜੇ ਆ ਗਿਆ। ਪਿਤਾ ਜੀ ਬਾਜ਼ਾਰੋਂ ਕਿੰਨੇ ਸਾਰੇ ਮਿੱਟੀ ਦੇ ਦੀਵੇ ਲੈ ਆਏ। ਉਹਨਾਂ ਆਖਿਆ, ਉਸ ਰਾਤ ਤੁਸੀਂ ਸਾਰੇ ਜਣੇ ਦੀਵੇ ਬਾਲਿਓ। ਕਤਾਰ 'ਚ ਬਲਦੇ ਹੋਏ ਦੀਵੇ ਬਹੁਤ ਸੋਹਣੇ ਲੱਗਣਗੇ। ਇਸ ਤਰ੍ਹਾਂ ਲੱਗੂ ਜਿਵੇਂ ਦੀਵੇ ਆਪਸ 'ਚ ਗੱਲਾਂ ਕਰ ਰਹੇ ਹੋਣ। ਇਹ ਦੀਵੇ ਕਿੰਨਾ ਸਾਰਾ ਚਾਨਣ ਵੀ ਦੇਣਗੇ। ਸਾਨੂੰ ਸਾਰੇ ਨਿਆਣਿਆਂ ਨੂੰ ਪਤਾ ਸੀ ਕਿ ਦੀਵਿਆਂ ਨੇ ਚਾਨਣ ਦੇਣਾ ਸੀ, ਪਰ ਸਾਨੂੰ ਇਹ ਵੀ ਪਤਾ ਸੀ ਕਿ ਦੀਵਿਆਂ ਨੇ ਰੌਲਾ ਨਹੀਂ ਸੀ ਪਾਉਣਾ। ਰੌਲੇ ਲਈ ਸਾਨੂੰ ਆਤਿਸ਼ਬਾਜ਼ੀ ਵੀ ਚਾਹੀਦੀ ਸੀ।
ਪਿਤਾ ਜੀ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਤਿਸ਼ਬਾਜ਼ੀ ਵੀ ਲਿਆ ਦਿੱਤੀ। ਆਤਿਸ਼ਬਾਜ਼ੀ ਇੱਕ ਲਿਫਾਫੇ ਵਿੱਚ ਸੀ। ਪਿਤਾ ਜੀ ਨੇ ਲਿਫਾਫਾ ਮੈਨੂੰ ਫੜਾ ਦਿੱਤਾ ਤੇ ਬੋਲੇ, ਵੇਖ ਵੀਰ, ਆਤਿਸ਼ਬਾਜ਼ੀ ਧਿਆਨ ਨਾਲ ਚਲਾਵੇਂ। ਬਾਰੂਦ ਜਿੱਥੇ ਵੀ ਹੋਵੇ ਉੱਥੇ ਖਤਰਾ ਹੁੰਦਾ ਹੈ। ਲਾਪਰਵਾਹੀ ਨਾਲ ਆਤਿਸ਼ਬਾਜ਼ੀ ਚਲਾਉਂਦਿਆਂ ਅੱਗ ਵੀ ਲੱਗ ਸਕਦੀ ਹੈ, ਕੋਈ ਜ਼ਖਮੀ ਵੀ ਹੋ ਸਕਦਾ ਹੈ। ਇਹੋ ਗੱਲ ਉਹਨਾਂ ਭੈਣਾਂ ਨੂੰ ਵੀ ਕਹੀ। ਉਸੇ ਮਕਾਨ 'ਚ ਰਹਿੰਦਾ ਦੂਜਾ ਕਿਰਾਏਦਾਰ ਸਾਡਾ ਰਿਸ਼ਤੇਦਾਰ ਵੀ ਸੀ। ਬਾਹਰੋਂ ਆਇਆ ਤਾਂ ਉਹਨੇ ਆਤਿਸ਼ਬਾਜ਼ੀ ਦਾ ਭਰਿਆ ਹੋਇਆ ਟੋਕਰਾ ਚੁੱਕਿਆ ਹੋਇਆ ਸੀ। ਤੌਬਾ, ਇੰਨੀ ਆਤਿਸ਼ਬਾਜ਼ੀ! ਉਹਨਾਂ ਦੇ 2 ਪੁੱਤਰ ਸਨ। ਵੱਡਾ ਪਾਲੀ ਮੇਰਾ ਹਾਣੀ ਸੀ, ਯਾਨੀ 5 ਕੁ ਵਰ੍ਹੇ ਦਾ ਸੀ, ਤੇ ਨਿੱਕਾ ਨਿੰਦੀ ਪਾਲੀ ਤੋਂ 2 ਕੁ ਵਰ੍ਹੇ ਛੋਟਾ ਸੀ। ਉਹਨਾਂ ਦੀ ਆਤਿਸ਼ਬਾਜ਼ੀ 'ਚ ਵੱਡੀਆਂ ਵੱਡੀਆਂ ਹਵਾਈਆਂ ਵੀ ਸਨ, ਅਨਾਰ ਵੀ ਤੇ ਗੋਲੇ ਵੀ। ਇਹੋ ਜਿਹੀ ਆਤਿਸ਼ਬਾਜ਼ੀ ਤਾਂ ਉਹਨਾਂ ਤੋਂ ਚਲਾਈ ਵੀ ਨਹੀਂ ਸੀ ਜਾਣੀ। ਬਾਲਾਂ ਲਈ ਉਹ ਆਤਿਸ਼ਬਾਜ਼ੀ ਚਲਾਉਣੀ ਖਤਰਨਾਕ ਵੀ ਸੀ। ਦੀਵਾਲੀ ਵਾਲੇ ਦਿਨ ਬਾਲਾਂ ਦੀ ਉਡੀਕ ਬਹੁਤ ਲੰਮੀ ਸੀ। ਦਿਨ ਡੁੱਬਿਆ ਨਹੀਂ ਸੀ, ਪਰ ਅਸੀਂ ਕਾਹਲੇ ਪਏ ਹੋਏ ਸਾਂ। ਜ਼ਰਾ ਕੁ ਹਨੇਰਾ ਹੋਇਆ ਤਾਂ ਸਾਰੇ ਉੱਪਰਲੀ ਮੰਜ਼ਿਲ ਦੀ ਸਿਖਰ ਉੱਤੇ ਜਾ ਚੜੇ। ਮਸਾ ਪਟਾਕੇ ਚਲਾਉਣ ਦਾ ਵੇਲਾ ਆਇਆ ਸੀ। ਕਿਸੇ ਵੱਡੇ ਨੇ ਕਿਹਾ, ਪਹਿਲਾਂ ਦੀਵੇ ਬਾਲ ਲਓ। ਸਾਰੇ ਬਾਲ ਰਲ ਕੇ ਦੀਵੇ ਬਾਲਣ ਲੱਗ ਪਏ। ਕੁਝ ਹੋਰ ਘਰਾਂ ਦੇ ਬਨੇਰਿਆਂ ਉੱਤੇ ਵੀ ਦੀਵਿਆਂ ਦੀਆਂ ਪਾਲਾਂ ਦਿਸਣ ਲੱਗ ਪਈਆਂ ਸਨ। ਬਹੁਤ ਸਾਰੇ ਘਰਾਂ ਨੇ ਹਾਲੇ ਦੀਵੇ ਬਾਲਣੇ ਸ਼ੁਰੂ ਹੀ ਨਹੀਂ ਸੀ ਕੀਤੇ। ਅਸੀਂ ਦੀਵੇ ਬਾਲਣ ਪਿੱਛੋਂ ਆਤਿਸ਼ਬਾਜ਼ੀ ਚਲਾਉਣ ਲਈ ਵੀ ਤਿਆਰ ਹੋ ਗਏ। ਪਰ ਟੋਕਰੇ ਵਾਲੀ ਆਤਿਸ਼ਬਾਜ਼ੀ ਕੌਣ ਚਲਾਵੇ? ਮਨਿੰਦਰ ਭੈਣ ਸਾਰਿਆਂ ਬਾਲਾਂ ਵਿੱਚੋਂ ਚੁਸਤ ਸਮਝੀ ਜਾਂਦੀ ਸੀ। ਉਹ ਮੇਰੇ ਤੋਂ 4-5 ਵਰ੍ਹੇ ਵੱਡੀ ਸੀ। ਉਹ 4ਥੀ ਜਮਾਤ 'ਚ ਪੜ੍ਹਦੀ ਸੀ, ਜਾਂ ਸ਼ਾਇਦ 5ਵੀਂ ਜਮਾਤ 'ਚ ਪੜ੍ਹਦੀ ਸੀ। ਉਹ ਇੰਨੀ ਵੱਡੀ ਨਹੀਂ ਸੀ, ਪਰ ਫਿਰ ਵੀ ਵੱਡੀ ਸੀ। ਟੋਕਰੇ ਵਾਲੇ ਪਟਾਕੇ ਚਲਾਉਣ ਦੀ ਜ਼ਿੰਮੇਵਾਰੀ ਮਨਿੰਦਰ ਭੈਣ ਨੂੰ ਸੌਂਪ ਦਿੱਤੀ ਗਈ। ਮਨਿੰਦਰ ਭੈਣ ਸਵੈ ਵਿਸ਼ਵਾਸ ਨਾਲ ਪੈਰ ਪੁੱਟਦੀ ਹੋਈ ਟੋਕਰੇ ਤੱਕ ਗਈ। ਉਹਨੇ ਟੋਕਰੇ ਵਿੱਚੋਂ ਕੋਈ ਵੀ ਇੱਕ ਪਟਾਕਾ ਚੁੱਕ ਲਿਆ। ਉਸ ਪਟਾਕੇ ਨੂੰ ਉਲਟ-ਪੁਲਟ ਕੇ ਵੇਖਿਆ ਤੇ ਦੀਵੇ ਕੋਲ ਲੈ ਗਈ। ਉਹਨੇ ਦੀਵੇ ਦੀ ਲੌ ਉੱਤੇ ਪਟਾਕੇ ਦਾ ਇੱਕ ਸਿਰਾ ਰੱਖ ਦਿੱਤਾ। ਕੁਝ ਛਿਣਾਂ ਪਿੱਛੋਂ ਪਟਾਕੇ ਨੇ ਸੁਰ-ਸੁਰ ਕੀਤੀ ਤੇ ਫਿਰ ਫੁੱਲਝੜੀ ਵਾਂਗੂ ਬਲਣ ਲੱਗ ਪਿਆ। ਅਚਾਨਕ ਮਨਿੰਦਰ ਭੈਣ ਨੇ ਚੀਕ ਮਾਰੀ। ਉਹਦੀਆਂ ਉਂਗਲਾਂ ਨੂੰ ਸ਼ਾਇਦ ਅੱਗ ਛੋਹ ਗਈ ਸੀ। ਉਹਨੇ ਸ਼ਾਇਦ ਪਟਾਕੇ ਨੂੰ ਗਲਤ ਪਾਸਿਓਂ ਅੱਗ ਲਾ ਦਿੱਤੀ ਸੀ। ਇਸ ਤਰ੍ਹਾਂ ਤਾਂ ਭਿਆਨਕ ਹਾਦਸਾ ਵੀ ਹੋ ਸਕਦਾ ਸੀ। ਉਹਨੇ ਡਰੀ ਹੋਈ ਨੇ ਪਟਾਕਾ ਪਰਾਂ ਵਗਾਹ ਮਾਰਿਆ। ਪਟਾਕਾ ਸਿੱਧਾ ਆਤਿਸ਼ਬਾਜ਼ੀ ਵਾਲੇ ਟੋਕਰੇ 'ਚ ਜਾ ਡਿੱਗਾ। ਪਲ ਛਿੰਚੀ ਪਟਾਕਿਆਂ ਨੇ ਅੱਗ ਫੜ ਲਈ ਤੇ ਕੰਨ ਪਾਟਣ ਲੱਗ ਪਏ। ਆਤਿਸ਼ਬਾਜ਼ੀ ਅਸਮਾਨ ਵੱਲ ਉੱਡਣ ਲੱਗ ਪਈ, ਚੁਫੇਰੇ ਮਾਰ ਕਰਨ ਲੱਗ ਪਈ। ਜਿੰਨੇ ਜੀਅ ਵੀ ਉੱਥੇ ਬੈਠੇ ਸਨ ਬਚਾ ਲਈ ਇੱਧਰ ਉੱਧਰ ਨੱਸੇ। ਕੁਝ ਨੁੱਕਰਾਂ 'ਚ ਦੁਬਕ ਗਏ, ਕੁਝ ਜਣੇ ਹੇਠਾਂ ਜਾਣ ਵਾਲੀਆਂ ਲਈ ਪੌੜੀਆਂ ਵੱਲ ਦੌੜੇ। ਅਚਨਚੇਤੀ ਸ਼ਾਂਤੀ ਵਰਤ ਗਈ। ਆਤਿਸ਼ਬਾਜ਼ੀ ਦਾ ਭਰਿਆ ਹੋਇਆ ਟੋਕਰਾ ਬਲ ਚੁੱਕਿਆ ਸੀ। ਸਾਰੇ ਆਪੋ ਆਪਣੀਆਂ ਥਾਵਾਂ ਉੱਤੇ ਆ ਕੇ ਬੈਠ ਗਏ। ਉਹਨਾਂ ਡੈਂਬਰਿਆਂ ਵਾਂਗ ਇੱਕ ਦੂਜੇ ਵੱਲ ਵੇਖਿਆ। ਉਹ ਸਾਰੇ ਵਿਹਲੇ ਹੋ ਚੁੱਕੇ ਸਨ। ਇਹ ਸਬਾਬੀ ਸੀ ਕਿ ਬੇਥਵੀ ਬਲਦੀ ਆਤਿਸ਼ਬਾਜ਼ੀ ਨਾਲ ਕੋਈ ਜ਼ਖਮੀ ਨਹੀਂ ਸੀ ਹੋਇਆ। ਉਹਨਾਂ ਸੁੱਖ ਦਾ ਲੰਮਾ ਸਾਹ ਲਿਆ। ਜਦੋਂ ਆਤਿਸ਼ਬਾਜ਼ੀ ਦੀ ਉਸ ਭਿਆਨਕਤਾ ਵਿੱਚੋਂ ਬਾਹਰ ਆਏ ਤਾਂ ਉਹਨਾਂ ਚੁੱਪ ਨਜ਼ਰਾਂ ਨਾਲ ਇੱਕ ਦੂਜੇ ਨੂੰ ਪੁੱਛਿਆ, ਹੁਣ ਉਹ ਕੀ ਕਰਨ? ਮੇਰੇ ਕੋਲ ਉਸ ਸਵਾਲ ਦਾ ਜਵਾਬ ਸੀ। ਮੈਂ ਆਖਿਆ, ਮੇਰੇ ਕੋਲ ਥੋੜੇ ਜਿਹੇ ਪਟਾਕੇ ਹੈਗੇ ਨੇ, ਜੇ ਕਹੋ ਤਾਂ ਮੈਂ ਉਹ ਪਟਾਕੇ ਲੈ ਆਵਾਂ। ਹਾਂ, ਤੂੰ ਉਹ ਪਟਾਕੇ ਛੇਤੀ ਲੈ ਆ। ਸਾਰਿਆਂ ਨੇ ਇੱਕੋ ਗੱਲ ਆਖੀ। ਆਤਿਸ਼ਬਾਜ਼ੀ ਵਾਲਾ ਲਿਫਾਫਾ ਹੇਠਾਂ ਕਮਰੇ 'ਚ ਪਿਆ ਸੀ। ਮੈਂ ਜਾ ਕੇ ਉਹ ਲਿਫਾਫਾ ਛੱਤ ਉੱਤੇ ਲੈ ਆਇਆ। ਉਸ ਲਿਫਾਫੇ 'ਚ ਕੁਝ ਵੀ ਇਹੋ ਜਿਹਾ ਨਹੀਂ ਸੀ ਜਿਹੜਾ ਖਤਰਨਾਕ ਦਿਸੇ। ਉਸ ਆਤਿਸ਼ਬਾਜ਼ੀ ਵਿੱਚ ਛੁਰਲੀਆਂ, ਫੁੱਲਝੜੀਆਂ, ਚੱਕਰੀਆਂ, ਭੂਣ ਪਟਾਕੇ, ਸੱਪ ਤੇ ਮਤਾਬੀ ਦੀਆਂ 2 ਡੱਬੀਆਂ ਸਨ। ਮਤਾਬੀ ਦੀ ਇੱਕ ਡੱਬੀ ਦੀ ਤੀਲੀ ਬਾਲਿਆਂ ਲਾਲ ਰੰਗ ਦਾ ਚਾਨਣ ਹੋਣਾ ਸੀ, ਦੂਜੀ ਡੱਬੀ ਦੀ ਤੀਲੀ ਬਾਲਿਆਂ ਹਰੇ ਰੰਗ ਦਾ ਚਾਨਣ ਹੋਣਾ ਸੀ। ਟੋਕਰੇ ਵਾਲੀ ਆਤਿਸ਼ਬਾਜ਼ੀ ਦੇ ਚੱਲਣ ਨਾਲ ਕਈ ਦੀਵੇ ਵੀ ਬੁਝ ਗਏ ਸਨ। ਮੈਂ ਇੱਕ ਬੁਝਿਆ ਹੋਇਆ ਦੀਵਾ ਚੁੱਕਿਆ ਤੇ ਆਪਣੇ ਕੋਲ ਭੁੰਜੇ ਰੱਖ ਲਿਆ। ਮੈਂ ਹਰੇ ਰੰਗ ਦੀ ਮਤਾਬੀ ਬਾਲੀ, ਚੁਫੇਰੇ ਹਰਾ ਰੰਗ ਫੈਲ ਗਿਆ। ਮੈਂ ਉਸੇ ਤੀਲੀ ਨਾਲ ਦੀਵਾ ਵੀ ਬਾਲ ਦਿੱਤਾ। ਮੇਰੀ ਆਤਿਸ਼ਬਾਜ਼ੀ ਵਿੱਚ ਸੱਪਾਂ ਵਾਲੀ ਡੱਬੀ ਵੀ ਸੀ। ਉਸ ਡੱਬੀ 'ਚ ਸੇਵੀਆਂ ਵਰਗੇ ਨਿੱਕੇ ਨਿੱਕੇ ਸੱਪ ਸਨ। ਮੈਂ ਪੋਟੇ ਨਾਲ ਇੱਕ ਸੱਪ ਚੁੱਕਿਆ ਤੇ ਭੁੰਜੇ ਰੱਖ ਦਿੱਤਾ। ਮੈਂ ਦੀਵਾ ਉਸ ਸੇਵੀ ਦੇ ਲਾਗੇ ਲੈ ਗਿਆ ਤੇ ਸੇਵੀ ਨੂੰ ਅੱਗ ਲਾ ਦਿੱਤੀ। ਉਹ ਨਿੱਕੀ ਜੀ ਸੱਪ ਸੇਵੀ ਵਲਵਲੇਵੇਂ ਖਾਂਦੀ ਕਿੱਡਾ ਸਾਰਾ ਸੱਪ ਹੋ ਗਈ। ਸਾਰੇ ਹੌਲੀ ਹੌਲੀ ਮੇਰੇ ਨੇੜੇ ਖਿਸਕ ਆਏ। ਉਹ ਆਤਿਸ਼ਬਾਜ਼ੀ ਚਲਾਉਂਦਿਆਂ ਮੈਨੂੰ ਭੋਰਾ ਵੀ ਡਰ ਨਹੀਂ ਸੀ ਲੱਗ ਰਿਹਾ। ਮੈਂ ਪੋਟਿਆਂ ਨਾਲ ਇੱਕ ਹੋਰ ਸੱਪ ਡੱਬੀ 'ਚੋਂ ਕੱਢਿਆ ਤੇ ਉਹਦੇ ਸਿਰੇ ਨੂੰ ਅੱਗ ਲਾ ਦਿੱਤੀ। ਇਸ ਵਾਰ ਸੱਪ ਨੇ ਵਲਵਲੇਵੇਂ ਖਾਧੇ ਤਾਂ ਸਾਰਿਆਂ ਨੇ ਖੂਬ ਤਾੜੀਆਂ ਮਾਰੀਆਂ। ਮੇਰੇ ਲਿਫਾਫੇ ਵਿੱਚ ਹਾਲੇ ਹੋਰ ਵੀ ਬੜਾ ਕੁਝ ਸੀ, ਪਰ ਮੇਰੇ ਪਟਾਕਿਆਂ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਸੀ। ਮੈਂ ਉਹ ਪਟਾਕੇ ਇੱਕ ਇੱਕ ਕਰਕੇ ਚਲਾਉਣ ਲੱਗ ਪਿਆ। ਉਸ ਵੇਲੇ ਰਾਤ ਕੁਝ ਗੂੜੀ ਹੋ ਗਈ ਸੀ। ਆਂਢ ਗੁਆਂਢ ਦੇ ਜਿਨ੍ਹਾਂ ਘਰਾਂ ਨੇ ਦੀਵੇ ਨਹੀਂ ਸਨ ਬਾਲੇ, ਉਹ ਵੀ ਦੀਵੇ ਬਾਲਣ ਲੱਗ ਪਏ ਸਨ।
ਧੰਨਵਾਦ।